ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਨਾਨਕ ਸਿੰਘ ਦੁਆਰਾ ਲਿਖੀ ਕਿਤਾਬ ਨਾਨਕ ਸਿੰਘ ਦੀਆਂ ਸ੍ਰੇਸ਼ਟ ਕਹਾਣੀਆਂ। ਮੇਰੀ ਆਪ ਬੀਤੀ ਵਿੱਚੋਂ ਕੱਲੋ। ਸੰਨ 1946 ਦਾ ਜ਼ਿਕਰ ਹੈ। ਉਸ ਸਾਲ ਮੈਂ ਜਿਸ ਨਾਵਲ ਦੀ ਰਚਨਾ ਆਪਣੇ ਦਿਮਾਗ ਵਿੱਚ ਰਚੀ ਉਸ ਦਾ ਨਾਂ ਸੀ ਕਾਗਜ਼ਾਂ ਦੀ ਬੇੜੀ। ਅਤੇ ਜਦੋਂ ਇਸ ਨੂੰ ਲਿਖਣ ਲਈ ਮੈਨੂੰ ਪਹਾੜ ਜਾਣ ਦੀ ਲੋੜ ਜਾਪੀ ਤਾਂ ਦਿਲ ਕੁਝ ਗੋਤਿਆਂ ਵਿੱਚ ਪੈ ਗਿਆ। ਖੀਸਾ ਐਤਕੀ ਇਜਾਜ਼ਤ ਨਹੀਂ ਸੀ ਦੇ ਰਿਹਾ, ਸੋ ਮੈਂ ਮਨ ਮਾਰ ਕੇ ਘਰ ਵਿੱਚ ਹੀ ਇਸ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਪਰ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਕਦੋਂ ਦੂਰ ਹੋ ਸਕਦੀ ਸੀ। ਅਖੀਰ ਕਿਸੇ ਨਾ ਕਿਸੇ ਤਰ੍ਹਾਂ ਔਖਾ ਸੁਖਾਲਾ ਹੋ ਕੇ ਥੋੜ੍ਹੀ ਜਿਹੀ ਰਕਮ ਦਾ ਪ੍ਰਬੰਧ ਕਰ ਹੀ ਲਿਆ ਅਤੇ 6 ਜੁਲਾਈ ਸੰਨ 1936 ਨੂੰ ਮੈਂ ਧਰਮਸ਼ਾਲਾ ਜਾਣ ਲਈ ਪਠਾਨਕੋਟ ਦੀ ਗੱਡੀ ਚੜ੍ਹਿਆ। ਕਈਆਂ ਸਾਲਾਂ ਤੋਂ ਅੱਪਰ ਧਰਮਸ਼ਾਲਾ ਦੇ ਇੱਕ ਰਮਣੀਕ ਥਾਂ ਮੈਕਲੋਡਗੰਜ ਡੇਰਾ ਕਰਦਾ ਹੁੰਦਾ ਸਾਂ। ਪਰ ਐਤਕੀ ਬਟੂਏ ਦਾ ਵਜ਼ਨ ਕੁਝ ਹੌਲਾ ਵੇਖ ਕੇ ਮੈਂ ਮਕਾਨ ਦਾ ਕਿਰਾਇਆ ਬਚਾ ਲਿਆ ਅਤੇ ਕੋਤਵਾਲੀ ਬਾਜ਼ਾਰ ਆਪਣੇ ਇੱਕ ਰਾਮਗੜੀਆ ਦੋਸਤ ਪਾਸ ਜਾ ਉਤਰਿਆ। ਉਸ ਦਾ ਘਰ ਇੱਕ ਗੁੰਮਨਾਮ ਜਿਹੇ ਮੁਹੱਲੇ ਵਿੱਚ ਸੀ, ਜਿੱਥੇ ਬਹੁਤੇ ਘਰ ਪੰਜਾਬੀਆਂ ਦੇ ਅਤੇ ਕੁਝ ਥੋੜ੍ਹੇ ਜਿਹੇ ਦਿੱਲੀ ਵਾਲੇ ਬਾਣੀਆਂ ਦੇ ਸਨ। ਮੇਰਾ ਮਿੱਤਰ ਆਪਣੇ ਛੋਟੇ ਜਿਹੇ ਮਕਾਨ ਵਿੱਚ 1.25 ਲੱਖ ਹੀ ਸੀ, ਜਿਹੜਾ ਦਿਨ ਚੜ੍ਹਦੇ ਪਕਾ ਖਾ ਕੇ ਕੰਮ 'ਤੇ ਚਲਾ ਜਾਂਦਾ ਅਤੇ ਸ਼ਾਮੀਂ ਪਰਤਦਾ ਸੀ। ਮੈਕਲੋਡਗੰਜ ਵਰਗੀ ਨਾ ਤਾਂ ਇੱਥੇ ਏਕਤਾ ਸੀ, ਨਾ ਹੀ ਕੋਈ ਸੀਨਰੀ। ਉਂਝ ਮੌਸਮ ਸੋਹਣਾ ਅਤੇ ਮੇਰੀ ਸਿਹਤ ਵੀ ਕਾਫੀ ਨਰੋਈ ਸੀ, ਜਿਸ ਕਰਕੇ ਲਿਖਣ ਵਿੱਚ ਸੁਰ ਤਾਲ ਚੰਗਾ ਜੁੜ ਗਿਆ। ਗੁਆਂਢੀ ਬੱਚਿਆਂ ਦਾ ਰੌਲਾ ਜ਼ਰੂਰ ਕਿਸੇ ਵੇਲੇ ਅੱਖਰਦਾ ਸੀ, ਪਰ ਉਸ ਤਰ੍ਹਾਂ ਦੀ ਬੇਅਰਾਮੀ ਨਹੀਂ ਸਾਂ ਮਹਿਸੂਸ ਕਰਦਾ ਜਿਹੋ ਜਿਹੀ ਘਰ ਵਿੱਚ ਰਹਿੰਦੇ ਆਪਣੇ ਬੱਚਿਆਂ ਦੇ ਰੌਲੇ ਦੀ, ਕਿਉਂਕਿ ਇੱਥੋਂ ਦੇ ਬੱਚੇ ਨਾ ਤਾਂ ਸਕੂਲ ਜਾਣ ਵੇਲੇ ਮੈਥੋਂ ਫੀਸ, ਕਿਤਾਬਾਂ ਜਾਂ ਸਿਆਹੀ ਲਈ ਪੈਸੇ ਮੰਗਦੇ ਸਨ, ਨਾ ਹੀ ਮੈਨੂੰ ਇਸ ਗੱਲ ਦੀ ਚਿੰਤਾ ਸੀ ਕਿ ਉਹਨਾਂ ਦੇ ਸਕੂਲ ਜਾਣ ਵਿੱਚ ਦੇਰ ਹੋ ਰਹੀ ਹੈ। ਪਰ ਮੇਰੇ ਰਸਤੇ ਵਿੱਚ ਇੱਕ ਦਿੱਕਤ ਆ ਪੈਦਾ ਹੋਈ, ਜਿਸ ਦਾ ਕੋਈ ਵੀ ਇਲਾਜ ਨਹੀਂ ਸੀ ਦਿਸਦਾ। ਇੱਕ ਮੁਟਿਆਰ ਜਿਹੀ ਚੂਹੜੀ ਰੋਜ਼ ਹੀ 2 ਵੇਲੇ ਮੁਹੱਲੇ ਵਿੱਚ ਆ ਧਮਕਦੀ ਅਤੇ ਜਿੰਨਾ ਚਿਰ ਮੌਜੂਦ ਰਹਿੰਦੀ ਨਾ ਉਸਦੀ ਨਾ ਹੀ ਮੁਹੱਲੇ ਵਾਲਿਆਂ ਦੀ ਜ਼ੁਬਾਨ ਮੂੰਹ ਵਿੱਚ ਟਿਕਦੀ। ਕਦੇ ਇੱਕ ਨਾਲ ਅਤੇ ਕਦੀ ਤੀਜੇ ਨਾਲ ਉਸਦਾ ਆਡਾ ਲੱਗਾ ਹੀ ਰਹਿੰਦਾ। ਉਹ ਅੱਤ ਦਰਜੇ ਦੀ ਢੀਠ ਅਤੇ ਮੂੰਹ ਫੱਟ ਸੀ। ਇੱਕ ਦੇ ਬੂਹੇ ਅੱਗੋਂ ਕੂੜਾ ਹੂੰਝ ਕੇ ਕਿਸੇ ਦੂਸਰੇ ਦੇ ਘਰ ਅੱਗੇ ਜਾ ਢੇਰੀ ਕਰਦੀ, ਜਿਸ ਕਰਕੇ ਮੇਰੇ ਨਾਵਲ ਵਾਂਗ ਉਸਦੀ ਲੜਾਈ ਦਾ ਕੋਈ ਨਾ ਕੋਈ ਕਾਂਡ ਹਰ ਵੇਲੇ ਸ਼ੁਰੂ ਹੀ ਰਹਿੰਦਾ ਸੀ। ਇਸ ਤਰ੍ਹਾਂ ਸੜੀ ਲੁੱਸੀ ਦਿਖਾਈ ਦਿੰਦੀ, ਜਿਵੇਂ ਹਰ ਸਾਹਮਣੇ ਆਉਣ ਵਾਲੇ ਨੂੰ ਕੱਚਿਆਂ ਹੀ ਚਰ ਜਾਏਗੀ। ਬੇਦਿਲੀ ਤੇ ਬਦੋਗਿਰੀ ਜਿਹੀ ਹਾਲਤ ਵਿੱਚ ਝਾੜੂ ਦੀਆਂ ਤੀਲੀਆਂ ਜ਼ਮੀਨ 'ਤੇ ਘਸੀਟੀ ਜਾਂਦੀ ਅਤੇ ਨਾਲੋਂ ਨਾਲ ਬੁੜਬੁੜਾਈ ਜਾਂਦੀ, ਜਾਣੇ ਕੈਸੀ ਅੰਧੀ ਔਰਤ ਹੈ, कचरा फेंक कर गले तक ढेर लगा देती है। भाड़ में जाए, सारे दिन की नौकर थोड़े ही हूँ। लौंडे लौंडियों को जगह जगह टट्टी फराई देती है, मुँहे जाने कितना खाए लेते हैं। ਜਿਉਂ ਹੀ ਉਸਦੇ ਇਹਨਾਂ ਵਾਕ ਤੇ ਰਾਂਦੀ ਕੋਈ ਇੱਕ ਅੱਧ ਅਣੀ ਕਿਸੇ ਕੰਨ ਦੇ ਪਰਦੇ ਨਾਲ ਟਕਰਾਉਂਦੀ ਕਿ ਝੱਟ ਜਵਾਬੀ ਹਮਲੇ ਸ਼ੁਰੂ ਹੋ ਜਾਂਦੇ। ਖਸਮ ਨੂੰ ਖਾਣੀ ਕਿੱਡੀ ਫਿੱਟ ਗਈ ਏ, ਰੰਡੀਏ ਜ਼ੁਬਾਨ ਖਿੱਚ ਲਊਂਗੀ ਜੇ ਮੁੜ ਕੇ ਮੇਰੇ ਨਿਆਣਿਆਂ ਨੂੰ ਨੌਲਿਆ। ਹੱਡ ਹਰਾਮ ਔਤਰੀ ਪੈਸੇ ਲੈਣ ਵੇਲੇ ਅਗੇਤੀ ਆ ਮਰਦੀ ਏ, ਦਿਨ ਦਿਹਾੜ ਨੂੰ ਵੱਖਰਾ ਬੂਥਾ ਸਾੜੀਂਦਾ ਏ, ਫੇਰ ਵੀ ਸੱਤੀ ਪੀੜ੍ਹੀ ਹਗਾਣੀ ਦਾ ਢੰਗਾਰ ਨਹੀਂ ਪੈਂਦਾ, ਹਰ ਵੇਲੇ ਜੜੂ ਕਰਦੀ ਰਹਿੰਦੀ ਏ। ਕੋਈ ਕਿੰਨਾ ਹੀ ਉਸਨੂੰ ਬੋਲੀ ਜਾਵੇ, ਚਲਾਈ ਜਾਵੇ, ਉਸਦੇ ਮੱਥੇ ਦੀਆਂ ਤਿਉੜੀਆਂ ਕਦੀ ਸਿੱਧੀਆਂ ਨਹੀਂ ਸਨ ਹੁੰਦੀਆਂ। ਨਾ ਹੀ ਉਸਨੂੰ ਇਸ ਗੱਲ ਦੀ ਪਰਵਾਹ ਸੀ ਕਿ ਕੌਣ ਉਸਨੂੰ ਕੀ ਕਹਿ ਰਿਹਾ ਹੈ। ਕੋਈ 1000 ਰੁਪਇਆ ਕੁੱਕੇ ਕੱਲੋ, ਮੇਰਾ ਕੋਠਾ ਲਾਹ ਜਾ ਕੱਲੋ। ਕਈਆਂ ਦਿਨਾਂ ਤੋਂ ਸਾਡੀ ਨਾਲੀ ਵਿੱਚ ਕੂਚੀ ਨਹੀਂ ਫੇਰੀ, ਬੋ ਨਾਲ ਨੱਕ ਪਾਟਣ ਆਇਆ ਹੋਇਆ ਏ ਕੱਲੋ। ਢੇਰੀਆਂ ਦਾ ਬੂਹੇ ਅੱਗੋਂ ਚੁੱਕ ਲੈ,
ਪਰ ਕੱਲੋ ਨੂੰ ਜਿਵੇਂ ਪਤਾ ਹੀ ਨਹੀਂ ਕਿ ਕੌਣ ਕੁੱਤਾ ਭੌਂਕੀ ਜਾਂਦਾ ਹੈ। ਉਸਨੇ ਜੋ ਕੁਝ ਕਰਨਾ ਹੁੰਦਾ ਆਪਣੀ ਮਰਜ਼ੀ ਨਾਲ ਹੀ ਕਰਦੀ ਸੀ। ਉਸਦੇ ਇਸੇ ਢੀਠਪੂਣੇ ਤੋਂ ਚਿੜ ਕੇ ਸਾਰਾ ਮਹੱਲਾ ਉਸਦੇ ਗਲ ਪੈਂਦਾ ਰਹਿੰਦਾ ਸੀ ਤੇ ਜਵਾਬ ਵਿੱਚ ਕੱਲੋ ਇੱਕ ਦੀਆਂ 4 ਨਾ ਸੁਣਾ ਲਵੇ ਉਸਨੂੰ ਚੈਨ ਕਿੱਥੇ। ਪਤਾ ਨਹੀਂ ਉਹ ਕਿਹੜੀ ਮਿੱਟੀ ਦੀ ਘੜੀ ਹੋਈ ਸੀ ਕਿ ਨਾ ਤਾਂ ਲੋਕਾਂ ਦੀਆਂ ਗਾਲਾਂ ਤੋਂ ਛਿੱਬੀ ਪੈਂਦੀ, ਨਾ ਹੀ ਬੁੜਬੁੜ ਕਰਨੋਂ ਟਲਦੀ। ਜਿਵੇਂ ਗਾਲਾਂ ਖਾਣੀਆਂ ਤੇ ਬੁੜਬੁੜ ਕਰਨਾ ਹੀ ਉਸਦੇ ਨਿਤਨੇਮ ਵਿੱਚ ਸ਼ਾਮਲ ਸੀ। ਜਿਵੇਂ ਉਸਦੀ ਇਸ ਰੋਜ਼ਾਨਾ ਕਾਰ ਵਿੱਚ ਕੁਝ ਵੀ ਓਪਰਾਪਨ ਨਹੀਂ ਸੀ। ਕੇਵਲ ਇਹੋ ਹੀ ਨਹੀਂ ਕਿ ਉਸਦੇ ਕਲਾ ਕਲੇਸ਼ ਤੋਂ ਖਿਝ ਸੀ, ਉਸਦੀ ਸ਼ਕਲ ਵੀ ਬੜੀ ਮਨਹੂਸ ਜਾਪਦੀ ਸੀ। ਇੰਨੀ ਮਨਹੂਸ ਕਿ ਵੇਖ ਕੇ ਮੈਨੂੰ ਡਰ ਵੀ ਆਉਣ ਲੱਗ ਪੈਂਦਾ ਤੇ ਗੁੱਸਾ ਵੀ। ਉਸਦੇ ਚਿਹਰੇ ਉੱਤੇ ਭਾਵੇਂ ਬਦਸੂਰਤੀ ਦਾ ਕੋਈ ਚਿੰਨ੍ਹ ਨਹੀਂ ਸੀ। ਉਮਰ ਵੀ ਉਸਦੀ ਉਹੀ ਸੀ ਜਿਸ ਉਮਰੇ ਕਹਿੰਦੇ ਹਨ ਕਿ ਖੋਤੀ ਉੱਤੇ ਵੀ ਹੁਸਨ ਆ ਜਾਂਦਾ ਹੈ, ਅਰਥਾਤ ਭਰ ਜਵਾਨੀ ਦੇ। ਫਿਰ ਵੀ ਪਤਾ ਨਹੀਂ ਕਿਉਂ ਉਹ ਸਾਰਿਆਂ ਨੂੰ ਭੈੜੀ ਲੱਗਦੀ ਸੀ ਤੇ ਸਭ ਤੋਂ ਬਹੁਤੀ ਮੈਨੂੰ। ਬਹੁਤ ਹੀ ਆਵਾਜ਼ਾਰ ਹੋ ਗਿਆ ਮੈਂ। ਇਸ ਮੁਸੀਬਤ ਤੋਂ ਬਚਣ ਦਾ ਕੋਈ ਰਾਹ ਨਹੀਂ ਸੀ। ਛੇਕੜ ਫੈਸਲਾ ਕੀਤਾ ਕਿ ਪ੍ਰਭਾਤ ਵੇਲੇ ਉੱਠ ਕੇ ਕੰਮ ਕਰਿਆ ਕਰਾਂ ਤੇ ਉਸ ਕਲੈਣੀ ਦੇ ਆਉਣ ਤੋਂ ਪਹਿਲਾਂ ਮੁਕਾ ਲਿਆ ਕਰਾਂ। ਸੋ ਇੱਦਾਂ ਹੀ ਸ਼ੁਰੂ ਕੀਤਾ। ਪਰ ਪਤਾ ਨਹੀਂ ਮੈਨੂੰ ਭੁਲੇਖਾ ਸੀ ਜਾਂ ਸੱਚਮੁੱਚ ਇਹ ਗੱਲ ਸੀ। ਮੈਨੂੰ ਜਾਪਿਆ ਜਿਵੇਂ ਕੱਲੋ ਵੀ ਪਹਿਲਾਂ ਨਾਲੋਂ ਸਵਖਤੇ ਆਉਣ ਲੱਗ ਪਈ ਹੈ। ਲਿਖਣ ਦੇ ਸੰਬੰਧ ਵਿੱਚ ਮੇਰੀ ਇੱਕ ਆਦਤ ਬੜੀ ਚੰਦਰੀ ਹੈ ਕਿ ਜੇ ਲਿਖਦਿਆਂ ਰੱਤਾ ਕੋ ਮੂਡ ਖਰਾਬ ਹੋ ਜਾਵੇ, ਭਾਵੇਂ 1000 ਕੋਸ਼ਿਸ਼ ਕਰਾਂ, ਸਾਰਾ ਦਿਨ ਮੈਂ ਕੁਝ ਨਹੀਂ ਲਿਖ ਸਕਦਾ। ਅਖੀਰ ਲਾਚਾਰ ਹੋ ਕੇ ਫੈਸਲਾ ਕਰ ਲਿਆ ਕਿ ਇੱਥੋਂ ਡੇਰਾ ਚੁੱਕਿਆ ਜਾਵੇ, ਭਾਵੇਂ ਮਸਾਣਾ ਦੀ ਬਰਾਦਰੀ ਵਿੱਚ ਹੀ ਕਿਉਂ ਨਾ ਜਾ ਕੇ ਰਹਿਣਾ ਪਵੇ। ਸਬੱਬ ਨਾਲ ਅਗਲੇ ਦਿਨ ਮੈਨੂੰ ਇੱਕ ਹੋਰ ਟਿਕਾਣਾ ਲੱਭ ਪਿਆ। ਰਾਤੀ ਮੈਂ ਇਹੀ ਫੈਸਲਾ ਕਰਕੇ ਸੁੱਤਾ ਕਿ ਦਿਨ ਚੜ੍ਹਦੇ ਹੀ ਆਪਣਾ ਬੋਰੀਆ ਬਿਸਤਰਾ ਇੱਥੋਂ ਚੁੱਕ ਲੈ ਜਾਵਾਂਗਾ। ਪਰ ਦੂਜੇ ਦਿਨ ਸਵੇਰ ਤੋਂ ਹੀ ਬਾਰਿਸ਼ ਇੰਨੇ ਜ਼ੋਰ ਦੀ ਸ਼ੁਰੂ ਹੋ ਗਈ ਕਿ ਮੈਂ ਜਾ ਨਾ ਸਕਿਆ। ਉਸੇ ਤਰ੍ਹਾਂ ਟੁੱਟੇ ਖੁੱਸੇ ਦਿਲ ਨਾਲ ਮੈਂ ਆਪਣਾ ਕੰਮ ਛੂਹ ਬੈਠਾ। ਬੇਤਹਾਸ਼ਾ ਮੀਂਹ ਪੈਣ ਦਾ ਇੱਕ ਲਾਭ ਵੀ ਹੋਇਆ ਕਿ ਕੱਲੋ ਨੇ ਅੱਜ ਤੋਂ ਵਿਖਾਲੀ ਨਾ ਦਿੱਤੀ। ਫਿਰ ਵੀ ਜਿੰਨਾ ਚਿਰ ਮੈਂ ਲਿਖਦਾ ਰਿਹਾ, ਇਹੋ ਸਹਿਮ ਦਿਲ ਵਿੱਚ ਬਣਿਆ ਰਿਹਾ ਕਿ ਹੁਣ ਵੀ ਆਈ। ਗੁਆਂਢੋਂ ਜੇ ਕਿਸੇ ਜਨਾਨੀ ਦੀ ਉੱਚੇ ਬੋਲਣ ਦੀ ਆਵਾਜ਼ ਸੁਣਾਈ ਦਿੰਦੀ ਤਾਂ ਮੇਰਾ ਦਿਲ ਧੜਕਣ ਲੱਗ ਪੈਂਦਾ, ਮਤੇ ਉਹ ਆ ਗਈ ਹੋਵੇ। ਕੱਲ੍ਹ ਸ਼ਾਮੀ ਕੰਮ ਤੋਂ ਵਾਪਸ ਆਉਂਦਾ ਹੋਇਆ ਮੇਰਾ ਦੋਸਤ ਕੁਝ ਅੰਬ ਖਰੀਦ ਕੇ ਮੇਰੇ ਲਈ ਲੈ ਆਇਆ ਸੀ। ਅੱਜ ਦਿਲ ਕਾਫੀ ਖੁਸ਼ ਸੀ। ਇੱਕ ਤਾਂ ਮੌਸਮ ਚੰਗਾ ਹੋਣ ਕਰਕੇ, ਦੂਜਾ ਕੱਲੋ ਦੇ ਨਾ ਆਉਣ ਕਰਕੇ। ਅੱਜ ਕੰਮ ਦੀ ਵੀ ਅੱਛੀ ਖਾਸੀ ਝੂਟੀ ਲੱਗ ਗਈ ਸੀ। ਦੁਪਹਿਰਾਂ ਵੇਲੇ ਜਦ ਮੀਂਹ ਦਾ ਜ਼ੋਰ ਹਟ ਕੇ ਮਹੀਨ ਭੂਰ ਪੈ ਰਹੀ ਸੀ, ਮੈਂ ਬਰਾਂਡੇ ਵਿੱਚ ਕੈਨਵਸ ਆਰਾਮ ਕੁਰਸੀ ਢਾਹ ਕੇ ਤੇ ਅੰਬਾਂ ਵਾਲੀ ਬਾਲਟੀ ਆਪਣੇ ਲਾਗੇ ਰੱਖ ਕੇ ਬੜੇ ਸਵਾਦ ਨਾਲ ਚੁੱਪਣ ਲੱਗ ਪਿਆ। 5-7 ਹੀ ਅੰਬ ਮੁਕਾਏ ਸਨ ਕਿ ਮੇਰੇ ਸਿਰ ਤੇ ਬਿਜਲੀ ਆਣ ਕੜਕੀ। ਆਕਾਸ਼ ਵਿੱਚੋਂ ਨਹੀਂ, ਧਰਤੀ ਤੋਂ। ਇੱਕ ਕੁਰਖਤ ਫਟਕਾਰ ਮੇਰੇ ਕੰਨਾਂ ਨਾਲ ਟਕਰਾਈ। ਸਰਦਾਰ, तुम्हें दिखाई नहीं देता? तमाम कचरा बखेर दिया तुमने। दरोगा देखेगा तो हमारे कान ईंट लेगा। मैं कंब उठिया, कुछ कोलों दी कड़क सुन के ते कुछ अपनी मूर्खता दा ख्याल करके। सचमुच मैं अंब चुप चुप के छिल्लां दे गिटकां इंज बेपरवाही नाल सुट्टी जा रहा सां जिवें अपना ही राज हुंदा है। ਮੈਨੂੰ ਹੱਥਾਂ ਪੈਰਾਂ ਦੀ ਪੈ ਗਈ। ਖਬਰ ਇਹ ਮੇਰੇ ਨਾਲ ਕੀ ਬਾਬ ਕਰੇਗੀ, ਖਬਰੇ ਕਿੰਨੀ ਕੁ ਸਲਵਾਤਾਂ ਸੁਣਾਏਗੀ। ਬਹੁਤ ਡਰ ਇਸ ਗੱਲ ਦਾ ਸੀ ਕਿ ਕੋਈ ਗੁਆਂਢੀ ਮੇਰੀ ਦੁਰਗਤ ਹੁੰਦੀ ਨਾ ਵੇਖ ਲਵੇ। ਮੈਂ ਝਟਪਟ ਕੁਰਸੀ ਤੋਂ ਉੱਠਿਆ ਤੇ ਇਹ ਕਹਿੰਦਾ ਹੋਇਆ ਗਿਟਕਾਂ ਛੇਲਣਾ ਇਕੱਠੀਆਂ ਕਰਨ ਲੱਗ ਪਿਆ। ਓਹ, ਬੜੀ ਭੁੱਲ ਹੋਈ ਬਹਿਨ, ਮਾफ़ करना, परदेसी हूँ, ख्याल नहीं रहा, फिर ऐसी भूल नहीं करूँगा। ਮੇਰਾ ਖਿਆਲ ਸੀ ਕਿ ਆਪਣੇ ਸੁਭਾਅ ਅਨੁਸਾਰ ਅਜੇ ਉਹ ਮੇਰੇ ਉੱਤੇ ਕਾਫੀ ਵਰੇਗੀ, ਪਰ ਵੇਖ ਕੇ ਮੈਂ ਹੈਰਾਨ ਰਹਿ ਗਿਆ ਕਿ ਉਸਨੇ ਬੁੱਲ ਤੋਂ ਬੁੱਲ ਨਾ ਚੁੱਕਿਆ। ਤੇ ਜਦ ਮੈਂ ਅੱਧੀਆਂ ਕੁ ਛਿੱਲੜਾਂ ਸਮੇਟ ਚੁੱਕਿਆ ਤਾਂ ਬੋਲੀ, ਤੁਮ ਰਹਿਨੇ ਦੋ ਸਰਦਾਰ, ਮੈਂ ਉਠਾਈ ਲੈਤੀ ਹੂੰ। ਮੈਂ ਹਟ ਗਿਆ ਤੇ ਬਾਲਟੀ ਵਿੱਚੋਂ ਹੱਥ ਧੋਣ ਲੱਗਾ। ਉਸਨੇ ਆਪਣੇ ਝਾੜੂ ਨਾਲ ਗਿਟਕਾਂ ਛਿੱਲੜਾਂ ਹੂੰਝ ਲਈਆਂ, ਬੂਹੇ ਦਾ ਅੱਗਾ ਵੀ ਸਾਫ਼ ਕਰ ਦਿੱਤਾ ਤੇ ਸਭ ਕੁਝ ਛਾਬੇ ਵਿੱਚ ਪਾ ਕੇ ਚੱਲਦੀ ਬਣੀ। ਮੈਨੂੰ ਇਤਮੀਨਾਨ ਦਾ ਸਾਹ ਆਇਆ। ਸ਼ੁਕਰ ਹੈ ਬਲਾ ਟਲੀ।
ਮੈਂ ਅੰਬਾਂ ਵੱਲੋਂ ਵਿਹਲਾ ਹੋ ਕੇ ਮੁੜ ਆਪਣੇ ਕੰਮ ਜੁਟ ਪਿਆ। ਮੀਂਹ ਦੇ ਜ਼ੋਰ ਕਰਕੇ ਉਸ ਦਿਨ ਵੀ ਮੈਂ ਥਾਂ ਬਦਲ ਨਾ ਸਕਿਆ। ਦੂਸਰੇ ਦਿਨ ਜਦ ਕੱਲੋ ਆਈ ਤਾਂ ਸਭ ਤੋਂ ਪਹਿਲਾਂ ਉਸਨੇ ਮੇਰੇ ਘਰ ਦਾ ਅੱਗਾ ਸਾਫ਼ ਕੀਤਾ। ਨਾਲੀ ਜਿਸ ਦੀ ਗਲਾਜਤ ਨੂੰ ਮੀਂਹ ਦਾ ਪਾਣੀ ਵੀ ਦੂਰ ਨਹੀਂ ਸੀ ਕਰ ਸਕਿਆ, ਉਸਨੇ ਖਰੋਚ ਕੇ ਸਾਫ਼ ਕਰਨੀ ਸ਼ੁਰੂ ਕਰ ਦਿੱਤੀ ਤੇ ਇਸ ਕੰਮੋਂ ਵਿਹਲੀ ਹੋ ਕੇ ਮੇਰੇ ਕੋਲ ਜਿੱਥੇ ਬੈਠਾ ਲਿਖ ਰਿਹਾ ਸਾਂ ਆ ਕੇ ਪੁੱਛਣ ਲੱਗੀ, ਦਾਦਾ ਭੀਤਰ ਕੂੜਾ ਹੋ ਤਾਂ ਬਾਹਰ ਫੇਂਕ ਦੋ, ਮੈਂ ਲੈ ਜਾਊਂ। ਨਹੀਂ ਹੈ, ਕਹਿ ਕੇ ਮੈਂ ਮੂੰਹ ਧਿਆਨ ਆਪਣੇ ਕੰਮ ਲਗਾ ਰਿਹਾ। ਉਸਦੇ ਵਾਕ ਵਿਚਲੇ ਦਾਦਾ ਸ਼ਬਦ ਨੇ ਮੈਨੂੰ ਜਰਾ ਕੁ ਔਖਿਆਂ ਕੀਤਾ। ਕੀ ਇਹ ਆਪਣੇ ਆਪ ਨੂੰ ਮੇਰੀ ਪੋਤਰੀ ਦੀ ਉਮਰ ਦੀ ਖਿਆਲ ਕਰਦੀ ਹੈ? ਕੀ 40 ਵਰ੍ਹਿਆਂ ਦੀ ਉਮਰੇ ਕੋਈ ਆਪਣੇ ਆਪ ਨੂੰ ਕਿਸੇ ਮੁਟਿਆਰ ਦਾ ਦਾਦਾ ਅਖਵਾਉਣਾ ਬਰਦਾਸ਼ਤ ਕਰ ਸਕਦਾ ਹੈ? ਸਦਾ ਤੋਂ ਉਲਟ ਮੈਂ ਉਸ ਦਿਨ ਕੱਲੋ ਦੇ ਸੁਭਾਅ ਵਿੱਚ ਇੱਕ ਤਬਦੀਲੀ ਵੇਖੀ। ਅੱਜ ਉਸਨੇ ਨਾ ਤਾਂ ਕਿਸੇ ਮੁਹੱਲੇ ਵਾਲੀ ਨਾਲ ਆਡਾ ਲਾਇਆ, ਨਾ ਹੀ ਜਵਾਬ ਵਿੱਚ ਉਸਨੂੰ ਕਿਸੇ ਨੇ ਪੋਤਰੀ ਨਿਖਸਮੀ ਕਿਹਾ। ਪੈਡ ਦਾ ਵਰਕਾ ਪਾੜ ਕੇ ਰੱਖਣ ਲੱਗਿਆਂ ਮੇਰੀ ਨਜ਼ਰ ਬੂਹੇ ਵੱਲ ਮੁੜੀ। ਮੇਰਾ ਖਿਆਲ ਸੀ ਕਿ ਉਹ ਕੰਮ ਕਰਕੇ ਚਲੀ ਗਈ ਹੋਵੇਗੀ, ਪਰ ਉਸਨੂੰ ਮੈਂ ਬੂਹੇ ਦੀ ਕੰਧ ਲਾਗੇ ਖੜੀ ਵੇਖਿਆ। ਝਾੜੂ ਛਾਬਾ ਉਸਨੇ ਪਰਾਂ ਇੱਕ ਦਰਖਤ ਦੇ ਮੁੱਢ ਨਾਲ ਖੜੇ ਕਰ ਦਿੱਤੇ ਸਨ ਤੇ ਆਪ ਉਹ ਮੇਰੇ ਲਿਖੇ ਹੋਏ ਵਰਕਿਆਂ ਉੱਤੇ ਨੀਝ ਲਾਈ ਖੜੀ ਸੀ। ਮੈਂ ਸੋਚਿਆ ਸ਼ਾਇਦ ਕੱਲ੍ਹ ਵਾਲੇ ਕੰਮ ਦੀ ਮਜ਼ਦੂਰੀ ਮੰਗਣ ਲਈ ਖੜੀ ਹੈ। ਹੱਥ ਜੇਬ ਵਿੱਚ ਪਾ ਕੇ ਮੈਂ ਕੋਈ ਸਭ ਤੋਂ ਛੋਟਾ ਸਿੱਕਾ ਪੋਟਿਆਂ ਨਾਲ ਟਟੋਲਣ ਲੱਗਾ। ਹੱਥ ਬਾਹਰ ਨਿਕਲਣ ਤੋਂ ਪਹਿਲਾਂ ਹੀ ਉਸਨੇ ਮੇਰੇ ਉੱਤੇ ਸਵਾਲ ਕੀਤਾ, ਜੇ ਕਿਆ ਲਿਖਤੇ ਹੋ ਦਾਦਾ? ਐਸੇ ਹੀ ਕੁਝ ਲਿਖਤਾ ਹੂੰ। ਖਹਿੜਾ ਛਡਾਉਣ ਦੇ ਖਿਆਲੋਂ ਮੈਂ ਇੱਕ ਆਨਾ ਉਸ ਵੱਲ ਸੁੱਟਦਿਆਂ ਕਿਹਾ, ਲੈ ਰਹਿਣ ਦੋ ਦਾਦਾ, ਕਹਿ ਕੇ ਜੋ ਆਨਾ ਮੈਂ ਸੁੱਟਿਆ ਸੀ ਉੱਥੇ ਹੀ ਪਿਆ ਰਹਿਣ ਦਿੱਤਾ। ਕੇਵਲ ਇੱਕ ਵਾਰੀ ਉਸ ਵੱਲ ਤੱਕ ਕੇ ਉਸਨੇ ਨਜ਼ਰ ਹਟਾ ਲਈ। ਕਿਤਨੀ ਲਾਲਚਨ ਹੈ, ਦਿਲ ਵਿੱਚ ਕੂੜ ਰਿਹਾ ਸਾਂ ਕਿ ਇੰਨੇ ਕੁ ਕੰਮ ਦੀ ਮਜ਼ਦੂਰੀ ਇੱਕ ਆਨਾ ਥੋੜ੍ਹੀ ਹੈ। ਪਰ ਮੈਂ ਮੂੰਹੋਂ ਉਸਨੂੰ ਇਸ ਡਰੋਂ ਕੁਝ ਨਾ ਕਿਹਾ ਕਿ ਮਤੇ ਗਲੇ ਦਾ ਹਾਰ ਬਣ ਜਾਵੇ। ਇੱਕ ਆਨਾ ਹੋਰ ਕੱਢ ਕੇ ਮੈਂ ਉਸ ਵੱਲ ਸੁੱਟਿਆ। ਉਸਨੇ ਉਸੇ ਲਾਪਰਵਾਹੀ ਨਾਲ ਦੂਸਰੇ ਆਨੇ ਵੱਲ ਵੀ ਨਾ ਤੱਕਿਆ ਤੇ ਬੋਲੀ, ਨਹੀਂ ਲੂੰਗੀ। अरे तो क्या तुम्हें रुपया चाहिए? कितने से काम के लिए? ਮੈਂ ਤੈਸ਼ ਵਿੱਚ ਆ ਕੇ ਇੰਨੀ ਗੱਲ ਕਹਿ ਤਾਂ ਗਿਆ, ਪਰ ਜਿਉਂ ਹੀ ਉਸਦੇ ਚਿਹਰੇ ਉੱਤੇ ਇੱਕ ਡੂੰਘੀ ਨਜ਼ਰ ਸੁੱਟੀ ਕਿ ਮੈਨੂੰ ਸ਼ਰਮਸਾਰ ਹੋਣਾ ਪਿਆ। ਮੇਰਾ ਵਸ ਹੁੰਦਾ ਤਾਂ ਆਪਣੇ ਕਹੇ ਹੋਏ ਸ਼ਬਦਾਂ ਨੂੰ ਮੁੜ ਨਿਗਲ ਜਾਂਦਾ। ਕੱਲੋ ਦੇ ਚਿਹਰੇ ਉੱਤੇ ਲੋਭ ਦਾ ਕੋਈ ਚਿੰਨ੍ਹ ਨਹੀਂ ਸੀ, ਨਾ ਹੀ ਗੁੱਸੇ ਦੀ ਕੋਈ ਲਕੀਰ। ਮੇਰੀਆਂ ਪਛਾਤੀਆਂ ਹੋਈਆਂ ਤਿਉੜੀਆਂ ਵੀ ਉਸਦੇ ਮੱਥੇ ਉੱਤੇ ਨਹੀਂ ਸਨ। ਮੈਨੂੰ ਇਉਂ ਜਾਪਿਆ ਜਿਵੇਂ ਕੱਲੋ ਦੇ ਨਕਸ਼ਾਂ ਉੱਤੇ ਅੱਜ ਕੋਈ ਅਨੋਖਾ ਜਿਹਾ ਹੁਸਨ ਨਿਖਰਦਾ ਜਾ ਰਿਹਾ ਹੈ। ਕੋਈ ਦਿਲਕਸ਼ ਜਿਹੀ ਖਿੱਚ, ਕੋਈ ਨਿੱਘੀ ਤੇ ਮਿੱਠੀ ਜਿਹੀ ਚਮਕ। ਕਿਉਂ ਨਹੀਂ ਲੈਤੀ ਕੱਲੋ? ਮੇਰੇ ਵਾਕ ਵਿੱਚ ਬੇਖਿਆਲੇ ਹੀ ਲਚਕ ਜਿਹੀ ਆ ਗਈ। ਜਵਾਬ ਵਿੱਚ ਉਹ ਝਟਪਟ ਕੁਝ ਨਾ ਕਹਿ ਸਕੀ। ਬੋਲਣ ਤੋਂ ਪਹਿਲਾਂ ਉਸਦੇ ਹੋਠਾਂ ਉੱਤੇ ਤਬਸੁਮ ਜਿਹਾ ਲਿਸ਼ਕਿਆ। ਅੱਖਾਂ ਦੀਆਂ ਪਲਕਾਂ ਉਸਦੀਆਂ ਕਿਸੇ ਸੁਖਾਵੇਂ ਜਿਹੇ ਭਾਰ ਨਾਲ ਥੋੜ੍ਹੀਆਂ ਜਿਹੀਆਂ ਨੀਵੀਆਂ ਜਾਪੀਆਂ। ਉਸਦੀਆਂ ਗੱਲਾਂ ਉੱਤੇ ਇੱਕ ਤਰ੍ਹਾਂ ਦਾ ਪੱਖਾ ਜਿਹਾ ਪੈਦਾ ਹੋਇਆ। ਸੰਗਦਿਆਂ ਰੁਕਦਿਆਂ ਜਿਵੇਂ ਚਿੱਬ ਕੇ ਉਸਦੇ ਮੂੰਹੋਂ ਨਿਕਲਿਆ, तुमने कल मुझे बहन जो कहा था। सुन के मैं हक्का बक्का रह गया। ਇੱਕ ਅਤ ਔਖੇ ਸਵਾਲ ਦਾ ਹੱਲ, ਜਿਸ ਨੂੰ ਮੈਂ ਕਈਆਂ ਦਿਨਾਂ ਤੋਂ ਸੋਚ ਰਿਹਾ ਸਾਂ, ਮੇਰੇ ਸਾਹਮਣੇ ਸੀ। ਕੱਲੋ, ਜਿਸ ਨੂੰ ਮੈਂ ਹੁਣ ਤੱਕ ਕਲਾ ਦੀ ਮੂਰਤ ਤੇ ਕਲੇਸ਼ ਦੀ ਰੂਹ ਸਮਝਦਾ ਰਿਹਾ ਸਾਂ, ਉਸ ਦੇ ਇਸ ਨਿੱਕੇ ਜਿਹੇ ਵਾਕ ਨੇ ਜਿਵੇਂ ਸਾਰੀ ਦੀ ਸਾਰੀ ਕੱਲੋ ਮੇਰੇ ਸਾਹਮਣੇ ਬਦਲ ਦਿੱਤੀ। ਮੇਰੀ ਨਫ਼ਰਤ ਪਿਆਰ ਵਿੱਚ ਵੱਟ ਗਈ। ਕੱਲੋ ਦਾ ਕਿਰਨਿਤ ਚਿਹਰਾ ਮੈਨੂੰ ਸੋਹਣਾ ਦਿਖਾਈ ਦੇਣ ਲੱਗਾ। ਪੈਡ ਤੇ ਕਲਮ ਰੱਖ ਦਿੱਤੇ ਤੇ ਇੱਕ ਵਾਰੀ ਹੋਰ ਮੈਂ ਉਸ ਵੱਲ ਤੱਕਿਆ। ਕੱਲੋ ਦੇ ਨਕਸ਼ਾਂ ਵਿੱਚੋਂ ਜਿਵੇਂ ਹੁਸਨ ਤੇ ਪਿਆਰ ਦੀਆਂ ਸੁਆਵਾਂ ਉੱਠ ਕੇ ਆਲੇ ਦੁਆਲੇ ਨੂੰ ਰੁਸ਼ਨਾ ਰਹੀਆਂ ਸਨ। ਮੀਂਹ ਇਸ ਵੇਲੇ ਕਾਫੀ ਤੇਜ਼ ਹੋ ਗਿਆ ਸੀ ਤੇ ਵਾਛੜ ਦਾ ਰੁੱਖ ਇਸੇ ਪਾਸੇ ਸੀ। ਕੱਲੋ ਉਸ ਤਰ੍ਹਾਂ ਮੀਂਹ ਵਿੱਚ ਖੜੀ ਭਿੱਜ ਰਹੀ ਸੀ। ਮੈਂ ਉਸਨੂੰ ਕਿਹਾ, ਜਰਾ ਭੀਤਰ ਆ ਜਾ ਕੱਲੋ, ਤੁਮ ਭੀਗ ਰਹੀ ਹੋ।
ਉਸਨੇ ਪੂਰੇ ਭਰੋਸੇ ਤੇ ਆਪਣਤ ਭਰੀ ਨਜ਼ਰ ਨਾਲ ਇੱਕ ਵਾਰੀ ਮੇਰੇ ਵੱਲ ਤੱਕਿਆ ਤੇ ਫਿਰ ਆਪਣੇ ਭਿੱਜੇ ਹੋਏ ਸਰੀਰ ਵੱਲ ਤੇ ਬੋਲੀ, कोई बात नहीं दादा, हम लोग तो इसी तरह भीगा करते हैं। अच्छा जाती हूँ, अभी बहुत काम करना है। ਜ਼ਬਾਨੋਂ ਤਾਂ ਕੱਲੋ ਨੇ ਕਹਿ ਦਿੱਤਾ ਜਾਤੀ ਹੂੰ, ਪਰ ਮੈਂ ਉਸਦੇ ਚਿਹਰੇ ਤੋਂ ਕੁਝ ਹੋਰ ਪੜ੍ਹ ਰਿਹਾ ਸਾਂ। ਉਹ ਬਿਨਾਂ ਮੇਰੇ ਨਾਲ ਕੁਝ ਗੱਲਾਂ ਕੀਤੇ ਜਾਣਾ ਨਹੀਂ ਸੀ ਚਾਹੁੰਦੀ। ਮੈਂ ਜਰਾ ਦਾਈਏ ਭਰੇ ਰੋਹ ਵਿੱਚ ਉਸਨੂੰ ਕਿਹਾ, थोड़ी देर के लिए छत के नीचे हो जा पगली, बारिश कम हो जाए तो चली जाना। ਅੰਦਰ ਆਉਣ ਦੀ ਉਸ ਦੀ ਸਲਾਹ ਹੈ ਸੀ, ਪਰ ਕਿਸੇ ਸੰਗ ਨੇ ਉਸ ਨੂੰ ਰੋਕਿਆ ਹੋਇਆ ਸੀ। ਖਿਲਰੇ ਹੋਏ ਭਾਂਡੇ ਟਿੰਡੇ ਵੱਲ ਤੱਕ ਕੇ ਉਹ ਬੋਲੀ, ਪਰ ਜਹਾਂ ਤੋਂ ਤੁਮ ਰੋਟੀ ਬਣਾਤੇ ਹੋ। ਤੇ ਨਾਲ ਹੀ ਉਸ ਦੇ ਕਦਮਾਂ ਵਿੱਚ ਹਰਕਤ ਆ ਗਈ। ਉਹ ਬੜੀ ਚੌਕਸੀ ਨਾਲ ਆਪਣੇ ਆਪ ਨੂੰ ਸਕੇਟ ਕੇ ਕੇਵਲ ਦਹਿਲੀਜ਼ ਹੀ ਟੱਪੀ। कहा कि रहने वाली हो कल्लो, बंगाल की। अरे तुम लोग इतनी दूर चले आ गए, उधर तुम्हें काम नहीं मिलता था क्या? भगवान की इच्छा है दादा, जहाँ पर रोजी बनी होती है वहीं पर जाना होता है। ਉਸਦੇ ਮੂੰਹੋਂ ਇਹ ਘੜੀ ਮੁੜੀ ਜਿਹੜਾ ਦਾਦਾ ਸ਼ਬਦ ਮੈਂ ਆਪਣੇ ਸੰਬੋਧਨ ਵਿੱਚ ਸੁਣ ਕੇ ਕਚੀਚੀਆਂ ਵੱਟਦਾ ਸਾਂ, ਇਸਦਾ ਭੇਦ ਝੱਟ ਹੀ ਮੇਰੇ ਉੱਤੇ ਖੁੱਲ੍ਹ ਗਿਆ। ਮੈਨੂੰ ਯਾਦ ਆ ਗਿਆ ਕਿ ਬੰਗਲਾ ਬੋਲੀ ਵਿੱਚ ਵੱਡੇ ਭਰਾ ਨੂੰ ਦਾਦਾ ਕਹਿ ਕੇ ਬੁਲਾਇਆ ਜਾਂਦਾ ਹੈ। ਟੁੱਟੀ ਭੱਜੀ ਬੰਗਲਾ ਜਾਣਦਾ ਸਾਂ। ਮੈਂ ਸੋਚ ਰਿਹਾ ਸਾਂ, ਪਿਆਰ ਦੀ ਕਿੱਡੀ ਭੁੱਖ ਹੈ ਇਸ ਕੁੜੀ ਦੇ ਅੰਦਰ, ਤੇ ਸ਼ਾਇਦ ਇਸੇ ਚੀਜ਼ ਦੀ ਅਪ੍ਰਾਪਤੀ ਨੇ ਇਸ ਦੇ ਸੁਭਾਅ ਵਿੱਚ ਹਿੰਸਾ ਤੇ ਨਫ਼ਰਤ ਭਰ ਦਿੱਤੀ ਹੈ। ਨਫ਼ਰਤ ਦੀ ਦੁਨੀਆ ਵਿੱਚ ਇਹ ਜੰਮੀ ਤੇ ਤਿਰਸਕਾਰ ਦੀ ਖੁਰਾਕ ਖਾ ਕੇ ਪਲੀ ਹੈ। ਵਿਚਾਰਾਂ ਸਾਰਾ ਦਿਨ ਲੋਕਾਂ ਦੀ ਗੰਦਗੀ ਢਾਉਂਦੀ ਹੈ, ਪਰ ਬਦਲੇ ਵਿੱਚ ਇਸ ਨੂੰ ਮਿਲਦਾ ਕੀ ਹੈ? ਗਾਲਾਂ, ਝਿੜਕਾਂ ਤੇ ਕਦੀ-ਕਦੀ ਛਿੱਤਰ ਪੋਲਾ ਵੀ। ਮਾਨੋ ਕੱਲੋ ਲਈ ਇਹ ਜ਼ਿੰਦਗੀ ਨਫ਼ਰਤ ਦਾ ਹੀ ਦੂਸਰਾ ਨਾਂ ਹੈ। ਦੁਨੀਆ ਇਸ ਨੂੰ ਨਫ਼ਰਤ ਕਰਦੀ ਹੈ ਤੇ ਇਹ ਦੁਨੀਆ ਨੂੰ, ਪਰ ਇੰਨਾ ਹੋਣ ਤੇ ਵੀ ਕੀ ਪਿਆਰ ਦੀ ਭੁੱਖ ਇਸ ਦੀ ਮਰ ਗਈ? ਸ਼ਾਇਦ ਨਹੀਂ। ਇਹ ਦੁਨੀਆ ਕਿਤਨੀ ਨਾਦਾਨ, ਕਿਤਨੀ ਬੇਸਮਝ ਤੇ ਕੰਜੂਸ ਹੈ ਕਿ ਚਾਰ ਮਿੱਠੇ ਬੋਲ, ਜਿਨ੍ਹਾਂ ਉੱਤੇ ਕਿਸੇ ਦਾ ਕੁਝ ਵੀ ਮੁੱਲ ਨਹੀਂ ਲੱਗਦਾ, ਨਾ ਦੇ ਕੇ ਇਹ ਅਣਗਿਣਤ ਜੀਆਂ ਨੂੰ ਆਦਮੀ ਤੋਂ ਪਸ਼ੂ ਬਣਾ ਦਿੰਦੀ ਹੈ। ਕੱਲੋ ਕਿਉਂ ਹਰ ਕਿਸੇ ਨੂੰ ਨਫ਼ਰਤ ਕਰਦੀ ਹੈ, ਜਦ ਕਿ ਉਸਦੇ ਸੀਨੇ ਵਿੱਚ ਇਤਨਾ ਕੋਮਲ, ਇਤਨਾ ਨਿੱਘਾ ਦਿਲ ਮੌਜੂਦ ਹੈ? ਕੀ ਇਸੇ ਕਰਕੇ ਕਿ ਦੁਨੀਆ ਨੇ ਉਸ ਨੂੰ ਨਿਗੂਣੇ ਚੋਹ ਮਿੱਠੇ ਬੋਲਾਂ ਤੋਂ ਵੀ ਵਾਂਝਿਆ ਰੱਖਿਆ ਹੈ? ਕੱਲੋ ਜਿਹੜੀ ਕਿਸੇ ਅਜਨਬੀ ਦੇ ਕਹੇ ਹੋਏ ਝੂਠੀ ਮੂਠੀ ਦੇ ਭੈਣ ਸ਼ਬਦ ਨੂੰ ਇਤਨੇ ਸਤਿਕਾਰ ਨਾਲ ਦਿਲ ਦੀ ਪਟਾਰੀ ਵਿੱਚ ਸਾਂਭ ਕੇ ਰੱਖ ਸਕਦੀ ਹੈ, ਕੀ ਇਹ ਨਫ਼ਰਤ ਦੀ ਹੱਕਦਾਰ ਹੈ? ਕਾਸ਼ ਦੁਨੀਆ ਵਾਲੇ ਕਦੀ ਅੱਖਾਂ ਖੋਲ੍ਹ ਕੇ ਤੱਕ ਸਕਦੇ। ਉਹ ਦਹਿਲੀਜ਼ ਅੰਦਰ ਹੋ ਜਾਣ ਤੇ ਵੀ ਵਾਛੜ ਦੀ ਮਾਰ ਤੋਂ ਬਚ ਨਾ ਸਕੀ। ਮੈਂ ਜਦ ਉਸ ਨੂੰ ਇੱਕ ਵਾਰੀ ਫਿਰ ਅੰਦਰ ਆ ਜਾਣ ਲਈ ਕਿਹਾ ਤਾਂ ਬੋਲੀ, ਪਰ ਭੀਤਰ ਤੋਂ तुम्हारे बर्तन पड़े हैं दादा। तो क्या हर्ज है? बर्तन किसी दूसरे के नहीं, तुम्हारे दादा के ही तो हैं। ਜਾਪਦਾ ਸੀ ਜਿਵੇਂ ਮੇਰਾ ਇਹ ਵਾਕ ਸੁਣ ਕੇ ਕੱਲੋ ਇੱਕ ਵਾਰਗੀ ਕਿਸੇ ਮਿਠਾਸ ਦੀ ਡੂੰਘਾਈ ਵਿੱਚ ਗੁਆਚ ਗਈ। ਉਹ ਅੰਦਰ ਲੰਘ ਆਈ, ਪਰ ਸ਼ਾਇਦ ਉਸ ਨੂੰ ਡਰ ਸੀ ਮਤੇ ਉਸਦੇ ਕੱਪੜਿਆਂ ਵਿੱਚੋਂ ਚੋ ਰਹੇ ਪਾਣੀ ਨਾਲ ਕਮਰੇ ਦਾ ਫਰਸ਼ ਗਿੱਲਾ ਹੋ ਜਾਵੇ। ਉਹ ਥੋੜ੍ਹੀ ਕੰਬ ਰਹੀ ਸੀ। ਮੇਰਾ ਦਿਲ ਚਾਹਿਆ ਕਿ ਬਿਸਤਰੇ ਤੋਂ ਕੰਬਲ ਚੁੱਕ ਕੇ ਉਸਦੇ ਮੋਢਿਆਂ 'ਤੇ ਸੁੱਟ ਦਿਆਂ, ਪਰ ਇਤਨੀ ਫਰਾਕ ਦਿਲੀ ਮੈਂ ਵਿਖਾਲ ਨਾ ਸਕਿਆ। ਕੰਬਲ ਦੇ ਭਿੱਜ ਜਾਣ ਦੇ ਖਿਆਲੋਂ, ਅਥਵਾ ਇਸ ਖਿਆਲੋਂ ਕਿ ਕੱਲੋ ਦੇ ਗਲੀਜ਼ ਕੱਪੜਿਆਂ ਨਾਲ ਛੂਹ ਕੇ ਗੰਦਾ ਹੋ ਜਾਏਗਾ, ਕੇਵਲ ਮੈਂ ਇਤਨਾ ਹੀ ਕਰ ਸਕਿਆ ਕਿ 2-4 ਵਾਰੀ ਕਹਿ ਕੇ ਮੈਂ ਉਸ ਨੂੰ ਦਹਲੀਜ਼ ਤੋਂ ਇਤਨਾ ਅੰਦਰ ਸੱਦ ਲਿਆ ਕਿ ਵਾਛੜ ਤੋਂ ਉਹ ਸੁਰੱਖਿਅਤ ਸੀ। ਬਾਹਾਂ ਹਿੱਕ ਨਾਲ ਲਾਈ ਉਹ ਕੰਬਦੀ ਹੋਈ ਮੈਨੂੰ ਪੁੱਛਣ ਲੱਗੀ, तुम कहाँ रहते हो दादा? अमृतसर में। यहाँ कितने दिन ठहरोगे? ठहरना तो कुछ ज़्यादा दिन है, पर इस मकान से शायद कल ही चला जाऊँगा। क्यों? यहाँ पर शोर बहुत रहता है, लिखने में तकलीफ़ होती है। कुछ सोचती रही तो फिर मेरे वर्कियां वल तक के पूछन लगी, ये तुम क्या लिखा करते हो दादा? किताबें लिखता हूँ, पर किताब के हर्फ तो और तरह के होते हैं।
छोटे छोटे साफ साफ ये भी वैसे ही बन जाएंगे मशीन में डालने से। हाँ, मेरा मामू कहत रहा कि जो मशीन होती है जिसमें किताब छापी जाती है उसी में ये भी छापी जाएगी। अमृतसर में ऐसी मशीनें हैं, बहुत हैं, और कागज़ भी उसी मशीन में बन जाता है। हाँ, सब कुछ उसी में बन जाता है। ऐसी मशीन तुम पढ़ना जानती हो कल्लो? नहीं दादा, हम लोग नहीं पढ़ा करते। मेरा एक नौचचेरा भाई रहा, उसने अंग्रेजी पढ़ी सी और फिर क्रिस्टान ईसाई बन गया। अच्छा दादा, अमृतसर में भी पानी बारिश पड़ता है? हाँ पड़ता है, पर बहुत नहीं। वहाँ तुम्हारा कौन कौन है दादा? औरत है, बच्चे हैं। कैट बच्चे हैं 3, लड़के हैं। हाँ, और लड़की कोई नहीं। तब तो बहुत भागवान हो दादा। इसमें भाग की क्या बात रही? अरे दादा, लड़की जिस घर में ना हो वह भगवान तो होगा ही। मेरी 4 ठो बहनें हैं और भाई एक भी नहीं है। माँ बाप बेचारे हर वक्त ते गल करदी ਉਹ ਬਾਹਰ ਵੱਲ ਤੱਕ ਕੇ ਚੁੱਪ ਹੋ ਗਈ। ਮੀਂਹ ठहर चुका सी। ਉਹ बोली, अच्छा दादा, पानी थम गया, अब जाऊंगी, बहुत काम करना है। उसने बाहर निकल के झाड़ू छाबा दरख्त नालों चुक्या ते महल्ले चों बाहर निकल गई। ਉਹ ਦੋਵੇਂ ਕਿੰਗਰੇਦਾਰ ਸਿੱਕੇ ਜਿਹੜੇ ਮੈਂ ਉਸ ਵੱਲ ਸੁੱਟੇ ਸਨ ਉਸੇ ਥਾਂ ਪਏ ਰਹੇ। ਮੁੜ ਮੈਨੂੰ ਥਾਂ ਬਦਲਣ ਦੀ ਲੋੜ ਨਹੀਂ ਪਈ। ਇਸ ਤੋਂ ਬਾਅਦ ਜਿੰਨੇ ਦਿਨ ਮੈਂ ਉੱਥੇ ਰਿਹਾ ਬੜੇ ਆਰਾਮ ਵਿੱਚ ਬੀਤੇ। ਮੇਰੇ ਕੰਮ ਵਿੱਚ ਕਦੇ ਕੋਈ ਵਿਘਨ ਨਹੀਂ ਪਿਆ। ਕੱਲੋ ਆਪਣੇ ਨਿਯਤ ਵਕਤ ਸਿਰ ਆਉਂਦੀ, ਮੁਹੱਲਾ ਸੰਭਰਦੀ, ਘਰਾਂ ਦੀਆਂ ਸਫਾਈਆਂ ਕਰਦੀ ਤੇ ਜਾਣ ਤੋਂ ਪਹਿਲਾਂ 2 ਘੜੀਆਂ ਮੇਰੇ ਕੋਲ ਠਹਿਰਦੀ। ਕੁਝ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਤੇ ਫਿਰ ਚਲੀ ਜਾਂਦੀ। ਉਹੀ ਕੱਲੋ ਜਿਹੜੀ ਪਹਿਲਾਂ ਤੂਫਾਨ ਮੇਲ ਬਣੀ ਰਹਿੰਦੀ ਸੀ, ਹੁਣ ਅੱਖ 'ਚ ਪਾਈ ਨਹੀਂ ਸੀ ਰੜਕਦੀ। ਜੋ ਕੁਝ ਵੀ ਕੋਈ ਉਸਨੂੰ ਕਹਿੰਦਾ ਬਿਨਾਂ ਕੰਨ ਥਿੜਕਿਆਂ ਕਰਨ ਲੱਗ ਜਾਂਦੀ। ਕੀ ਮਜਾਲ ਜੋ ਅਲਫੋਂ ਬੇ ਕਹਿ ਜਾਵੇ। ਇੱਥੋਂ ਤੱਕ ਕਿ ਜੇ ਮੁਹੱਲੇ ਵਿੱਚ ਬਾਲਾਂ ਨੂੰ ਰੌਲਾ ਪਾਉਂਦਿਆਂ ਵੇਖਦੀ ਤਾਂ ਝੱਟ ਪਿਆਰ ਨਾਲ ਕਹਿਣ ਲੱਗ ਪੈਂਦੀ, ਸ਼ੋਰ ਮਤ ਕਰੋ ਨੰਨੇ, ਉਧਰ ਸਰਦਾਰ ਬਾਬੂ ਲਿਖ ਰਹੇ हैं, ਖਫਾ ਹੋਂਗੇ। ਨਾਵਲ ਦਾ ਕੰਮ ਸਫਲਤਾ ਨਾਲ ਸਿਰੇ ਚੜ੍ਹ ਗਿਆ ਤੇ ਜਿੰਨੇ ਦਿਨ ਰਹਿਣ ਦਾ ਮੇਰਾ ਟੀਚਾ ਸੀ ਪੂਰਾ ਹੋ ਗਿਆ। ਮੈਂ ਵਾਪਸ ਜਾਣ ਦੀ ਤਿਆਰੀ ਕਰਨ ਲੱਗਾ। ਤੁਰਨ ਤੋਂ ਪਹਿਲੇ ਦਿਨ ਦਾ ਜ਼ਿਕਰ ਹੈ। ਕੱਲੋ ਕੰਮਕਾਰ ਤੋਂ ਵਿਹਲੀ ਹੋ ਕੇ ਜਦ ਮੇਰੇ ਪਾਸ ਆ ਖੜੋਤੀ ਤਾਂ ਮੈਂ ਉਸਨੂੰ ਕਿਹਾ, ਕੱਲ ਹਮ ਚਲੇ ਜਾएंगे ਕੱਲੋ ਰਾਣੀ। ਚਲੇ ਜਾਓਗੇ ਦਾਦਾ? ਉਸਨੇ ਸ਼ਾਇਦ ਕੁਝ ਘਬਰਾ ਕੇ ਕਿਹਾ, ਜਿਵੇਂ ਕਿਸੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਨੂੰ ਕਹਿੰਦਾ ਹੈ, ਤੇ ਆਪਣੇ ਇਸ ਕਹਿਣ ਢੰਗ ਤੋਂ ਜਿਵੇਂ ਆਪ ਹੀ ਕੁਝ ਪੱਚੀ ਜਿਹੀ ਹੋ ਗਈ। ਫਿਰ ਜਰਾ ਗੰਭੀਰਤਾ ਵਿੱਚ ਬੋਲੀ, इतनी जल्दी क्यों जा रहे हो दादा? जल्दी कहाँ, 1 महीने के करीब हो गया कल्लो। फिर कब आओगे? भगवान के ने चाहा तो दूसरे साल। ਉਹ ਕਾਫੀ ਚਿਰ ਚੁੱਪਚਾਪ ਖੜੋਤੀ ਰਹੀ। ਉਸ ਦੇ ਚਿਹਰੇ ਤੋਂ ਮੈਂ ਜਾਣ ਨਾ ਸਕਿਆ ਕਿ ਕੀ ਸੋਚ ਰਹੀ ਸੀ। ਜਰਾ ਇੱਧਰ ਆਣਾ ਕੱਲੋ, ਮੈਂ ਜੇਬ ਵਿੱਚ ਹੱਥ ਪਾਉਂਦਿਆਂ ਉਸ ਨੂੰ ਕਿਹਾ, ਤੇ ਉਹ ਬਿਨਾਂ ਹਿਚਕਿਚਾਹਟ ਮੇਰੇ ਕੋਲ ਆ ਖੜੋਤੀ। ਮੈਂ ਉਸ ਵੇਲੇ ਮੰਜੇ 'ਤੇ ਬੈਠਾ ਸਾਂ। ਜੇਬ 'ਚੋਂ 1 ਰੁਪਇਆ ਕੱਢ ਕੇ ਉਸ ਦੇ ਹੱਥ 'ਤੇ ਧਰਿਆ ਤੇ ਉਸ ਦੇ ਸਿਰ 'ਤੇ ਹੱਥ ਫੇਰਿਆ। ਉਸਨੇ 1 ਵੇਰਾ ਮੋੜਨ ਦਾ ਯਤਨ ਕੀਤਾ, ਪਰ ਜਦ ਮੇਰੇ ਮੂੰਹੋਂ ਸੁਣਿਆ, ਆਪਣੇ ਦਾਦਾ ਕੋ ਨਾਰਾਜ਼ ਕਰੋਗੀ, ਤਾਂ ਉਸਨੇ ਪ੍ਰਸੰਨਤਾ ਨਾਲ ਉਸ ਨੂੰ ਰੱਖ ਲਿਆ। ਦੂਜੇ ਦਿਨ ਸਵੇਰੇ ਮੇਰਾ ਮਿੱਤਰ ਆਪਣੇ ਵਕਤ ਸਿਰ ਮੈਨੂੰ ਫਤਿਹ ਬੁਲਾ ਕੇ ਕੰਮ 'ਤੇ ਚਲਾ ਗਿਆ ਤੇ ਮੈਂ ਸਮਾਨ ਬੰਨ੍ਹਣ ਵਿੱਚ ਰੁੱਝ ਗਿਆ। ਪਰ ਧਿਆਨ ਮੇਰਾ ਬਰਾਬਰ ਮੁਹੱਲੇ ਦੇ ਸਿਰੇ ਵੱਲ ਸੀ। ਜਾਣ ਤੋਂ ਪਹਿਲਾਂ ਹੋਰ 1 ਵਾਰੀ ਕੱਲੋ ਨੂੰ ਮਿਲਣ ਦੀ ਡਾਢੀ ਹੀ ਤਾਂਘ ਸੀ। ਮੇਰਾ ਵਿਸ਼ਵਾਸ ਸੀ ਕਿ ਉਹ ਆਵੇਗੀ। ਮੋਟਰ ਦਾ ਵਕਤ ਹੋ ਗਿਆ ਪਰ ਕੱਲੋ ਨਾ ਆਈ। ਦਿਲ ਨੂੰ ਨਿਰਾਸ਼ਾ ਹੋਈ। ਛੇਕੜ ਕੁੱਲੀ ਪਾਸੋਂ ਸਮਾਨ ਚੁਕਵਾ ਕੇ ਮੈਂ ਅੱਡੇ 'ਤੇ ਜਾ ਪਹੁੰਚਿਆ, ਪਰ ਨਜ਼ਰ ਮੇਰੀ ਅਜੇ ਵੀ ਸੜਕ ਦੇ ਦੋਹਾਂ ਸਿਰਿਆਂ ਤੱਕ ਫਿਰਦੀ ਹੋਈ ਕੱਲੋ ਦੀ ਭਾਲ ਕਰ ਰਹੀ ਸੀ। ਜਿਉਂ-ਜਿਉਂ ਮੋਟਰ ਤੁਰਨ ਦਾ ਵਕਤ ਨੇੜੇ ਆਈ ਜਾਂਦਾ, ਮੇਰੇ ਦਿਲ ਦੀ ਬੇਅਰਾਮੀ ਵੱਧਦੀ ਜਾਂਦੀ। ਮੈਨੂੰ ਅਜੇ ਵੀ ਉਮੀਦ ਸੀ ਕਿ ਕੱਲੋ ਆਵੇਗੀ, ਪਰ ਉਹ ਨਾ ਆਈ। ਕਲੀਨਰ ਨੇ ਵਾਊਚਰ ਕਟਵਾਇਆ, ਡਰਾਈਵਰ ਨੇ ਤਾਕੀ ਖੋਲ੍ਹੀ ਤੇ ਆਪਣੀ ਸੀਟ 'ਤੇ ਆ ਬੈਠਾ। ਭਾਵੇਂ ਕੱਲੋ ਦੇ ਆਉਣ ਦੀ ਹੁਣ ਮੈਨੂੰ ਕੋਈ ਆਸ ਨਹੀਂ ਸੀ, ਫਿਰ ਵੀ ਮੈਂ ਤਦ ਤੱਕ ਬਾਹਰ ਹੀ ਖੜੋਤਾ ਰਿਹਾ।
ਜਦ ਤੱਕ ਡਰਾਈਵਰ ਨੇ ਸਵਾਰੀਆਂ ਨੂੰ ਸੱਦਣ ਲਈ ਹਾਰਨ ਨਾ ਵਜਾ ਦਿੱਤਾ। ਮੈਂ ਢਿੱਲੇ ਜਿਹੇ ਕਦਮੀ ਬਾਰੀ ਵੱਲ ਮੁੜਿਆ ਤੇ ਅੰਦਰ ਲੰਘ ਕੇ ਆਪਣੀ ਸੀਟ 'ਤੇ ਜਾ ਕੇ ਬੈਠਾ। ਡਰਾਈਵਰ ਦੀ ਪਿੱਠ ਪਿੱਛੇ ਮੇਰੀ ਸੀਟ ਸੀ। ਜਿਉਂ ਹੀ ਇੰਜਨ ਸਟਾਰਟ ਹੋਇਆ ਕਿ ਕੱਲੋ ਮੇਰੀ ਨਜ਼ਰੀ ਪਈ। ਉਸਨੇ ਸਿਰ 'ਤੇ ਇੱਕ ਲੰਮੀ ਟੋਕਰੀ ਚੁੱਕੀ ਹੋਈ ਸੀ ਤੇ ਬੜੀ ਔਖੀ ਹੋ ਕੇ ਸਾਰਾ ਜ਼ੋਰ ਲਾ ਕੇ ਮੋਟਰ ਵੱਲ ਭੱਜੀ ਆ ਰਹੀ ਸੀ। ਮਿਸਟਰ ਡਰਾਈਵਰ, ਜ਼ਰਾ 1 ਮਿੰਟ। ਬੜੀ ਮਿਹਰਬਾਨੀ, ਮੈਂ ਮਿੰਨਤ ਕੀਤੀ ਤੇ ਨੇਕ ਡਰਾਈਵਰ ਮੰਨ ਗਿਆ। ਮੈਂ ਛਲਾਂਗ ਮਾਰ ਕੇ ਹੇਠਾਂ ਉਤਰਿਆ। ਪੂਰੀ ਤੇਜ਼ੀ ਨਾਲ ਦੌੜ ਕੇ ਮੈਂ ਕੱਲੋ ਨੂੰ ਅਗਲਵਾੜੇ ਜਾ ਮਿਲਿਆ ਤੇ ਉਸ ਪਾਸੋਂ ਚੀਕੂ ਫੜ ਲਿਆ। ਉਹ ਸਾਹੋਂ ਸਾਹੀ ਸੀ। ਭਾਰ ਚੁੱਕ ਕੇ ਦੌੜਨ ਕਰਕੇ ਚਿਹਰਾ ਉਸਦਾ ਸੂਹਾ ਬਣਾਤੇ ਹੋ ਰਿਹਾ ਸੀ। ਮੁਝੇ ਦੇਰ ਹੋ ਗਈ, ਦਾਦਾ ਸਾਹ ਨਾਲ ਸਾਹ ਮੇਲਣ ਦੀ ਕੋਸ਼ਿਸ਼ करती हुई बोली। जे थोड़े से आम लाई हूँ अपनी भावज के लिए, इन्हें ले लोगे दादा? अपनी कसम, मैंने इनको छुआ तक नहीं है। तो वह मेरे वाल इस तरह तकी जिमें दान मंग रही होवे। क्यों नहीं लूँगा रानी? मेरे बड़े प्यार नाल उसदा सिर पलोसदा होया मोटर वाल जा रहा सा। अगर तुम जे ना लाती तो मैं तुम पर बहुत नाराज होता। ਕੱਲੋ ਖਿੜ ਗਈ। ਉਸਦੇ ਚਿਹਰੇ ਉੱਤੇ ਨਾ ਸੰਭਾਲੇ ਜਾ ਸਕਣ ਵਾਲੀ ਖੁਸ਼ੀ ਦੇ ਭਾਵ ਸਨ। तुम कितने अच्छे हो दादा, मुझे तो फिक्र था जाने दादा लेंगे ਜਾਂ नहीं। ਹਾਰਨ ਫੌਰਨ ਵੱਜਿਆ, ਜਿਹੜਾ ਕੇਵਲ ਮੈਨੂੰ ਹੀ ਸੱਦਣ ਲਈ ਸੀ। ਟੋਕਰੀ ਮੈਂ ਛੱਤ 'ਤੇ ਰਖਵਾ ਦਿੱਤੀ ਤੇ ਅੰਦਰ ਬੈਠਣ ਤੋਂ ਪਹਿਲਾਂ ਮੈਂ ਆਪਣੀ ਉਸ ਪਿਆਰ ਦੀ ਦੇਵੀ ਨੂੰ, ਅੱਛਾ ਕੱਲੋ ਰਾਣੀ, ਹਮ ਫਿਰ ਮਿਲेंगे ਕਹਿੰਦਿਆਂ ਉਸ ਨੂੰ ਚੁੰਮਣ ਲਈ ਅਗਾਂਹ ਹੋਇਆ, ਪਰ ਆਪਣੀ ਸਿੱਕ ਨੂੰ ਅਧੂਰੀ ਹੀ ਲੈ ਕੇ ਬਾਰੀ ਵੱਲ ਮੁੜ ਪਿਆ। ਲੋਕ ਲਾਜ ਨੇ ਮੈਨੂੰ ਰੋਕ ਲਿਆ। ਉਸ ਦੀਆਂ ਅੱਖਾਂ ਵਿੱਚੋਂ ਡਲਕਦੇ ਅੱਥਰੂਆਂ ਨੂੰ ਮੈਂ ਆਪਣੇ ਰੁਮਾਲ ਉੱਤੇ ਬੋਚ ਲੈਣਾ ਚਾਹਿਆ, ਪਰ ਚੰਦਰੀ ਲੋਕ ਲਾਜ ਨੇ ਮੈਨੂੰ ਇਹ ਵੀ ਨਾ ਕਰਨ ਦਿੱਤਾ। ਸਧਰਾਵੀ ਤੇ ਅਪੂਰਨ ਮੁਲਾਕਾਤ ਦਾ ਬੰਧਨ ਤੋੜ ਕੇ ਮੈਂ ਸੀਟ 'ਤੇ ਆ ਬੈਠਾ। ਮੇਰੇ ਅੰਦਰੋਂ ਕਾਮਨਾ ਉੱਠ ਰਹੀ ਸੀ, ਰੱਬ ਕਰੇ 5-10 ਮਿੰਟਾਂ ਲਈ ਮੋਟਰ ਦੇ ਇੰਜਨ ਵਿੱਚ ਕੋਈ ਨੁਕਸ ਪੈ ਜਾਵੇ ਜਾਂ ਡਰਾਈਵਰ ਦਫ਼ਤਰ ਵਿੱਚ ਕੋਈ ਜ਼ਰੂਰੀ ਚੀਜ਼ ਭੁੱਲ ਆਇਆ ਹੋਵੇ, ਪਰ ਕੁਝ ਵੀ ਨਾ ਹੋਇਆ। ਮੋਟਰ ਤੁਰ ਪਈ। ਬਾਰੀ ਵਿੱਚੋਂ ਸਿਰ ਕੱਢੀ ਮੈਂ ਬਰਾਬਰ ਕੱਲੋ ਵੱਲ ਤੱਕਦਾ ਰਿਹਾ। ਉਸ ਦੀਆਂ ਅੱਖਾਂ ਵਿੱਚ ਛਲਕਦੇ ਅੱਥਰੂ, ਫਿਰ ਉਸਦਾ ਧੁੰਦਲਾ ਜਿਹਾ ਚਿਹਰਾ, ਫਿਰ ਉਸਦਾ ਸਰੀਰ ਜਿਹੜੇ ਸੜਕ ਦੇ ਕੰਢੇ ਮੀਲ ਪੱਥਰ ਵਾਂਗ ਅਹਿਲ ਖੜਾ ਦਿਸ ਰਿਹਾ ਸੀ, ਜੋ ਇਸ ਤੋਂ ਬਾਅਦ ਪਰਛਾਵਾਂ ਜਿਹਾ ਰਹਿ ਗਿਆ, ਪਰ ਉਹ ਵੀ ਵੇਖਦਿਆਂ ਹੀ ਵੇਖਦਿਆਂ ਬੱਦਲਾਂ ਦੀ ਗਹਿਰਾਈ ਵਿੱਚ ਗੁਆਚ ਗਿਆ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।